ਸਤਿ ਸ਼੍ਰੀ ਅਕਾਲ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ। ਇਹਨਾਂ ਹਾਲਾਤਾਂ ਦੇ ਵਿੱਚ ਵੀ ਟੇਕਿੰਗ ਆਲ ਡਿਊ ਪ੍ਰੀਕਾਸ਼ਨਸ ਤੁਸੀਂ ਆਏ ਹੋ, ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਬਹੁਤ ਹੀ ਅਹਿਮ ਮੁੱਦਾ ਅੱਜ ਪੰਜਾਬ ਦੇ ਅੰਦਰ ਭਖਿਆ ਹੋਇਆ ਹੈ। ਵਿਸ਼ਾ ਵੀ ਬਹੁਤ ਗੰਭੀਰ ਹੈ ਜਿਹੜਾ ਸਾਡੇ SC ਬੱਚਿਆਂ ਦੇ ਭਵਿੱਖ ਦੇ ਨਾਲ ਜੁੜਿਆ ਹੈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ। ਅੱਜ ਮੈਂ ਇੱਥੇ ਕਿਸੇ ਤੇ ਲਾਂਛਨ ਲਾਉਣ ਵਾਸਤੇ ਜਾਂ ਕਿਸੇ ਨੂੰ ਕਲੀਨ ਚਿੱਟ ਦੇਣ ਵਾਸਤੇ ਨਹੀਂ ਤੁਹਾਡੇ ਸਾਹਮਣੇ ਬੈਠਿਆ, ਪਰ ਇਸ ਸਾਰੇ ਮਸਲੇ ਨੂੰ ਪੂਰੇ ਪਰਸਪੈਕਟਿਵ ਇਹਦਾ ਪੂਰਾ ਬੈਕਗਰਾਊਂਡ ਸਮਝਣ ਦੇ ਵਿੱਚ ਮੈਂ ਤੁਹਾਡੀ 2 ਮਿੰਟ ਯੋਰ ਪੇਸ਼ੈਂਸ ਰਿਕੁਆਇਰ ਯੋਰ ਇੰਟੈਲੀਜੈਂਸ ਇਸ ਮਸਲੇ ਵਾਸਤੇ ਮੈਂ ਕੁਝ ਸਟੇਟਮੈਂਟਸ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਜਿਹੜੇ ਅੱਜ ਇਸ ਸਾਰੇ ਪੁਤਲਾ ਫੂਕੋ ਜਿਨ੍ਹਾਂ ਨੇ ਅੱਜ ਮੁਹਿੰਮ ਚਲਾ ਰੱਖੇ, ਜਿਹੜੇ ਲੀਡਰ ਸਾਹਿਬਾਨ ਹੈ, ਉਹਨਾਂ ਦੇ ਕੁਝ ਬਿਆਨਾਤ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਉਹਦੇ ਬਾਅਦ ਮੈਂ ਜਿਹੜੇ 2-3 ਮੇਨ ਇਸ਼ੂਜ਼ ਹੈ ਉਹਨਾਂ ਤੇ ਆਊਂਗਾ, ਜਸਟ ਫॉर द ਬੈਕਗਰਾਊਂਡ। ਇਸ ਸਕੈਂਡਲ ਦੀ ਇਨਵੈਸਟੀਗੇਸ਼ਨ ਜਾਂ ਤਾਂ ਵਿਜੀਲੈਂਸ ਤੋਂ ਕਰਵਾਈ ਜਾਵੇ ਜਾਂ CBI ਨੂੰ ਇਸ ਇਨਵੈਸਟੀਗੇਸ਼ਨ ਨੂੰ ਸੌਂਪਿਆ ਜਾਵੇ ਜਾਂ ਸਦਨ ਦੀ ਕਮੇਟੀ ਬਣਾ ਕੇ ਟਾਈਮ ਬਾਉਂਡ ਇਨਕੁਆਇਰੀ ਕਰਾਈ ਜਾਵੇ। ਇਹ ਟਾਈਮ ਬਾਉਂਡ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਕਿੰਨੇ ਮਹੀਨੇ ਵਿੱਚ ਹੋ ਜਾਵੇਗਾ, ਕਿਉਂਕਿ ਇਹ ਬਹੁਤ ਹੀ ਸੀਰੀਅਸ ਮੁੱਦਾ ਹੈ। ਸਾਰੇ ਵਿਦਿਆਰਥੀ ਪਰੇਸ਼ਾਨ ਹਨ। 1 ਸਾਲ ਵਿੱਚ ਹੀ 100 ਕਰੋੜ ਰੁਪਏ ਦੀ ਹੇਰਾਫੇਰੀ ਹੋ ਰਹੀ ਹੈ। ਇਸ ਕਰਕੇ ਕਿ ਕਈਆਂ ਦੇ ਸੈਂਟਰ ਤੋਂ ਵਜ਼ੀਫੇ ਨਹੀਂ ਆਉਂਦੇ। ਸ਼ਡਿਊਲਡ ਕਾਸਟ ਬੱਚੇ ਵਿਚਾਰੇ ਸੜਕਾਂ ਤੇ ਰੁਲਦੇ ਫਿਰ ਰਹੇ ਹਨ। ਉਹਨਾਂ ਦੇ ਨਾਂ ਤੇ ਹੇਰਾਫੇਰੀ ਕਰਕੇ ਵੱਡੇ ਵੱਡੇ ਭਗਿਆੜ ਖਾਈ ਜਾਂਦੇ ਹਨ। ਮੈਂ ਤੁਹਾਡੇ ਰਾਹੀਂ ਮਾਨਯੋਗ ਉਪ ਮੁੱਖ ਮੰਤਰੀ ਜੀ ਨੂੰ, ਸਤਿਕਾਰਯੋਗ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਅਸੀਂ ਬਹੁਤ ਹੀ ਸੀਰੀਅਸਲੀ ਲੈ ਕੇ ਉਹਨਾਂ ਨੂੰ ਫੜੀਏ। ਨਹੀਂ ਸਰ, ਮੇਰਾ ਬਿਆਨ ਨਹੀਂ ਜੀ। नहीं साहब, नहीं 1 मिनट, मैं थोड़ी सारी गल जस्ट 1 मिनट मेरी पूरी गल सुन लो, बस सारे जवाब मैं दूंगा। अकाली दल के बहुत ही सीनियर, मैं देखो बड़े जाणू है, हरेक मुद्दे नूं बड़ा गंभीरता नाल है। टिन्नू जी जिहड़े इन्हां दे उस चीफ पार्लीमेंटरी सैकटरी भी सीगे उस समय दे, बयान है जी 2016 11 मार्च 2016 जिहड़ा बजट सैशन चल रहा सी पंजाब दा, उहदे विच इन्हां दे बयान है। एक बयान मैं होर पढ़ना चाहना। इस संबंधी एक खबर लगाई है कि लवली यूनिवर्सिटी विच पिछले साल विच 4600 बच्चे पढ़ते दिखाए गए हैं। इस विचों 3200 के करीब बच्चे डिस्टेंट एजुकेशन राही पढ़ाए जाते हैं। डिस्टेंस एजुकेशन की कोई एजुकेशन नहीं हो रही। ध्यान नाल 1 मिनट नोट करियो, जी अगला सेंटेंस पढ़ रहे हैं। असीं सिर्फ ਉਹਨਾਂ ਨੂੰ ਪੜ੍ਹੇ ਲਿਖੇ ਅਨਪੜ੍ਹ ਬਣਾ ਰਹੇ ਹਾਂ। ਦਿਸ ਇਜ਼ ਸਟੇਟਮੈਂਟ ਬਾਏ ਜਸਟਿਸ ਨਿਰਮਲ ਸਿੰਘ ਸਾਹਿਬ। ਆ ਵੀ ਉਸੇ ਮਸਲੇ ਨੂੰ ਲੈ ਕੇ ਆ ਸਟੇਟਮੈਂਟ ਉਹਨਾਂ ਦੀ ਆਈ ਹੈ। ਇਸ ਮਸਲੇ ਨੂੰ ਲੈ ਕੇ ਉਦੋਂ ਦੇ ਜਿਹੜੇ ਮੰਤਰੀ ਸੀ ਉਹ ਖੁਦ ਕੀ ਕਹਿ ਰਹੇ ਹੈ, ਮਦਨ ਮੋਹਨ ਮਿੱਤਲ ਜੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕ੍ਰਮਵਾਰ ਬਹੁ ਤਕਨੀਕੀ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ 5925 ਅਤੇ 201 ਵਿਦਿਆਰਥੀਆਂ ਦੇ ਫਰਜ਼ੀ ਅਤੇ ਦੋਹਰੇ ਦਾਖਲੇ ਪਾਏ ਗਏ ਹਨ ਤੇ ਇਹਨਾਂ ਵੱਲੋਂ ਕ੍ਰਮਵਾਰ 18 ਕਰੋੜ 6,44,140 ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ ਗਈ है। मैं आपको कॉपी दे दूंगा। हाँ जी, 18 करोड़ साहब बच्चे दसे जी उस टाइम 5,925। ਹੁਣ ਇਹਦੇ ਬਾਅਦ ਜਿਹੜਾ ਅਸਲ ਜਿਹੜਾ ਬਿਆਨ ਹੈ ਮੈਂ ਉਹ ਪੜ੍ਹਨਾ ਚਾਹੁੰਦਾ ਸਾਹਿਬ 1 ਮਿੰਟ, ਕਿਉਂਕਿ ਇਹਦਾ ਬੜਾ ਇਹ ਸਾਰੇ ਅੱਜ ਜੋ ਕੁਝ ਹੋ ਰਿਹਾ ਇਹਦੇ ਨਾਲ ਇਹਦੀ ਬੜੀ ਕੜੀ ਤੋਂ ਕੜੀ ਜੁੜੀ ਹੋਈ ਹੈ। ਸਪੀਕਰ ਸਾਹਿਬ, ਇਹ ਕਾਫੀ ਗੰਭੀਰ ਮਾਮਲਾ ਹੈ ਅਤੇ ਬਹੁਤ ਵੱਡਾ ਫਰਾਡ ਹੈ। ਸੁਨੀਲ ਜਾਖੜ ਨਹੀਂ ਕਹਿ ਰਿਹਾ ਸਾਹਿਬ, ਮੈਂ ਤੁਹਾਨੂੰ ਬਿਆਨ ਪੜ੍ਹ ਕੇ ਸੁਣਾ ਰਿਹਾ, ਅਤੇ ਬਹੁਤ ਵੱਡਾ ਫਰਾਡ ਹੈ। ਗਵਰਨਮੈਂਟ ਆਫ ਇੰਡੀਆ ਨੇ ਵੀ ਇਸ ਨੂੰ ਸਡਨਲੀ ਟੇਕਅਪ ਕੀਤਾ ਹੈ। सडनली टेकअप किया है। मैं भी उत्थे गया सीगा, अपने नंबर्स एकदम उपर चले गए।
ਉਹ ਰੈਫਰ ਕਰ ਰਹੇ ਆ ਐਡਮਿਸ਼ਨਸ ਦੇ ਨੰਬਰ ਨੂੰ, ਜਿਹੜੀ ਆ ਫੇਕ ਐਡਮਿਸ਼ਨ ਜਾਂ ਡਬਲ ਐਡਮਿਸ਼ਨਸ ਹੋਈਆਂ ਹੈ ਇਹਦੇ ਨੰਬਰਸ ਕਹਿੰਦੇ ਇੱਕਦਮ ਉੱਪਰ ਚਲੇ ਗਏ। ਇਸ ਨਾਲ ਆਪਣੀ ਬਦਨਾਮੀ ਹੁੰਦੀ ਹੈ ਜੀ। ਮੈਂ ਮਾਨਯੋਗ ਮੁੱਖ ਮੰਤਰੀ ਜੀ ਨਾਲ ਵੀ ਇਸ ਬਾਰੇ ਗੱਲ ਕਰਾਂਗਾ ਕਿ ਜੇ ਇਸ ਦੀ ਵਿਜੀਲੈਂਸ ਇਨਕੁਆਇਰੀ ਹੋ ਜਾਵੇ ਦੈਨ ਆਈ ਥਿੰਕ ਇਟ ਵਿਲ ਬੀ ਦਾ ਬੈਸਟ। ਉਹਨਾਂ ਦਾ ਬਿਆਨ ਆ ਗਿਆ ਸਾਹਿਬ, ਐਂਡ ਦਿਸ ਇਜ਼ ਨਾਟ ਦਾ ਐਂਡ ਆਫ ਇਟ। ਇਹਦੇ ਵਾਸਤੇ ਅਗਲੀ ਜਿਹੜੀ ਦੇਖੋ ਮੰਤਰੀ ਸਾਹਿਬ ਕੀ ਕਹਿੰਦੇ ਇਹਦੇ ਬਿਆਨ ਦੇ ਉੱਤੇ, ਜਿਹੜੇ ਮਦਨ ਮੋਹਨ ਮਿੱਤਲ ਸਾਹਿਬ ਮੰਤਰੀ ਜੀ ਡਿਪਟੀ ਸੀਐਮ ਆ ਸੁਖਬੀਰ ਸਿੰਘ ਬਾਦਲ ਜੀ ਦਾ ਬਿਆਨ ਹੈ ਜਿਹੜਾ ਮੈਂ ਪੜ੍ਹਿਆ, ਜਿਹੜੇ ਕਹਿੰਦੇ ਵੀ ਸਾਡੀ ਬੜੀ ਬਦਨਾਮੀ ਹੋ ਰਹੀ ਹੈ, ਸਾਡੇ ਨੰਬਰਸ ਜਿਹੜੇ ਐਡਮਿਸ਼ਨ ਇੱਕਦਮ ਹੀ ਇੰਨੀਆਂ ਵੱਧ ਗਈਆਂ ਵੀ ਸੈਂਟਰ ਉਹਨਾਂ ਨੂੰ ਮੰਨਣ ਨੂੰ ਤਿਆਰ ਹੈ ਨਹੀਂ, ਤੇ ਬੜਾ ਸੀਰੀਅਸ ਫਰਾਡ ਹੈ। ਮੰਤਰੀ ਸਾਹਿਬ ਕੀ ਕਹਿੰਦੇ, ਸਪੀਕਰ ਸਾਹਿਬ ਵਿਜੀਲੈਂਸ ਇਨਕੁਆਇਰੀ ਤਾਂ ਕਰਵਾ ਲੈਂਦੇ ਹਾਂ, ਫਿਰ ਵੀ ਮੈਂ ਵੀ ਰਿਕਮੈਂਡ ਕਰਦਾ ਹਾਂ ਕਿ ਇਹ ਇਨਕੁਆਇਰੀ ਹੋ ਜਾਵੇ, ਪਰ ਮੈਂ ਨਾਲ ਇਹ ਵੀ ਕਹਿੰਦਾ ਹਾਂ ਕਿ ਇਹ ਮੈਂਬਰਸ ਬਾਅਦ ਵਿੱਚ ਕਿਸੇ ਦੀ ਸਿਫਾਰਿਸ਼ ਨਾ ਕਰਨ, ਕਿਉਂਕਿ ਇਹ ਸਾਰੀ ਇੱਕ ਮਿਲੀ ਭਗਤ ਸੀਗੀ ਸਾਹਿਬ। ਕਿਉਂਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਸੈਂਟਰ ਤੋਂ ਪੈਸਾ ਆ ਰਿਹਾ ਸੀਗਾ। ਡਾਕਟਰ ਮਨਮੋਹਨ ਸਿੰਘ ਨੇ ਸਕੀਮ ਚਲਾਈ ਸੀ ਜਿੱਥੇ ਸਾਡੇ ਐਸਸੀ ਭਾਈਚਾਰੇ ਦਾ ਨਾਮ ਆ ਜਾਂਦਾ ਸੀਗਾ। ਵੈਸੇ ਵੀ ਪੰਜਾਬ ਤੇ ਡਾਕਟਰ ਮਨਮੋਹਨ ਸਿੰਘ ਹਮੇਸ਼ਾ ਬੜੇ ਮਿਹਰਬਾਨ ਰਹੇ, ਜਿਹੜਾ ਇਹਨਾਂ ਨੇ ਜਿੱਦਣ ਵੀ ਗੁਲਦਸਤੇ ਲੈ ਕੇ ਗਏ ਉੱਥੋਂ ਪੈਸੇ ਗੱਫੇ ਲੈ ਕੇ ਆਏ। ਪਰ ਜਦੋਂ ਬੀਜੇਪੀ ਦੀ ਸਰਕਾਰ ਆ ਗਈ ਉਹਦੇ ਬਾਅਦ ਜਦੋਂ ਆ ਨੰਬਰਸ ਲੈ ਕੇ ਉੱਥੇ ਪਹੁੰਚੇ ਹੈ ਤਾਂ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੁਲਾ ਲਿਆ ਤੇ ਹੀ ਵਾਜ਼ ਪੁਲਡ ਅਪ ਵੀ ਆ ਤੁਸੀਂ ਕੀ ਫਰਾਡ ਦਲਿਤ ਭਾਈਚਾਰੇ ਦੇ ਨਾਮ ਤੇ ਕਰ ਰਹੇ ਹੋ। ਉਹਦੇ ਬਾਅਦ ਆ ਸਾਰਾ ਮਸਲਾ ਸਾਹਮਣੇ ਆਇਆ। ਆ ਗੱਲ ਹੈ 11 ਮਾਰਚ 2016 ਦੀ, ਜਿਹੜੇ ਕਹਿੰਦੇ ਆ ਵੀ ਵਿਜੀਲੈਂਸ ਇਨਕੁਆਇਰੀ ਮਾਰਕ ਕਰਤੀ ਤੇ ਵੱਡੇ ਜਿਹੜੇ ਬਗਿਆੜ ਹੈ। ਮੈਂ ਪੁੱਛਣਾ ਚਾਹੁੰਦਾ ਜਿਹੜੇ ਲੋਕ ਅੱਜ 4 ਦਿਨ ਇੰਤਜ਼ਾਰ ਨਹੀਂ ਕਰ ਸਕਦੇ ਵੀ ਜਿਹੜੀ ਇਨਕੁਆਇਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਾਰਕ ਕੀਤੀ ਹੈ ਜਿਹੜਾ ਨਿਚੋੜ 4 ਦਿਨਾਂ ਨੂੰ ਆ ਜਾਊਗਾ, ਉਹਨਾਂ ਨੇ 4 ਸਾਲ ਹੋ ਗਏ 2016 ਦੇ ਵਿੱਚ ਵਿਜੀਲੈਂਸ ਇਨਕੁਆਇਰੀ ਚਾਲੂ ਹੋਈ ਸੀ, ਕਿਹੜਾ ਬਗਿਆੜ ਪਕੜਿਆ ਗਿਆ ਜਾਂ ਕਿਹਨੂੰ ਫੋਲੋਅਪ ਕੀਤਾ, ਕਦੋਂ ਇਹਨਾਂ ਨੇ ਜਾ ਕੇ ਸੈਂਟਰਲ ਗਵਰਨਮੈਂਟ ਦੇ ਅੰਦਰ ਇਸ ਮਸਲੇ ਨੂੰ ਟੇਕ ਅਪ ਕੀਤਾ ਵੀ ਇਹਦੀ ਜੀ ਉੱਥੋਂ ਕੋਈ ਕਮੇਟੀ ਭੇਜੀ ਜਾਵੇ, ਇਹਦੀ ਇਨਕੁਆਇਰੀ ਕਰਾਈ ਜਾਵੇ। ਥੀਸ ਆਰ ਡਬਲ ਸਟੈਂਡਰਡਸ ਟੋਟਲੀ। ਬਟ ਮੈਂ ਜੋ ਗੱਲ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਬਹੁਤ ਵੱਡਾ ਡਾਕਾ ਮਾਰਿਆ, ਮੈਂ ਸਮਝਦਾ ਵੀ ਸਾਡੇ ਐਸਸੀ ਭਾਈਚਾਰੇ ਦੇ ਬੱਚਿਆਂ ਦੇ ਉੱਤੇ। ਬਟ ਇਹਦਾ ਮਤਲਬ ਆ ਨਹੀਂ ਵੀ ਉਹਨਾਂ ਨੇ ਡਾਕਾ ਮਾਰਿਆ ਸੀ ਤੇ ਅਸੀਂ ਇਸ ਗੱਲ ਦਾ ਅੱਜ ਓਟਾ ਲੈ ਕੇ ਸਾਨੂੰ ਕੋਈ ਪਰਮਿਸ਼ਨ ਮਿਲ ਗਈ ਵੀ ਕਾਂਗਰਸ ਸਰਕਾਰ ਵੀ ਆ ਕਰੇ। ਫਿਰ ਕਾਂਗਰਸ ਸਰਕਾਰ ਤੇ ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਕੀ ਫਰਕ ਸੀਗਾ। ਮੈਂ ਕੀ ਕਹਿਣਾ ਚਾਹੁੰਦਾ ਸਾਹਿਬ, ਮੈਂ ਕਹਿਣਾ ਚਾਹੁੰਦਾ ਵੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਰਕਾਰ ਸੰਭਾਲੀ 2017 'ਚ, ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਸ ਟਾਈਮ ਇਹਨਾਂ ਨੇ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ, ਇਹਨਾਂ ਨੇ ਕੇਂਦਰ ਦੀ ਸਰਕਾਰ ਨੇ ਆ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਇਹਨੂੰ ਬੰਦ ਕਰਤਾ। ਇਨ ਦਾ ਸੈਂਸ ਵੀ ਉਹਨਾਂ ਨੇ ਕੈਪ ਕਰਤਾ ਵੀ ਜਿੰਨੇ ਪੈਸੇ ਹੁਣ ਤਾਈਂ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2017 ਦੇ ਵਿੱਚ 3,09,000 ਬੱਚਿਆਂ ਨੂੰ ਇਸ ਪੋਸਟ ਮੈਟ੍ਰਿਕ ਵਜ਼ੀਫੇ ਦਾ ਲਾਭ ਮਿਲ ਰਿਹਾ ਸੀਗਾ ਤਾਂ ਕਿ ਉਹ ਗਰੀਬਾਂ ਦੇ ਬੱਚੇ ਜਿਹੜੇ ਹੈ ਕਿਸੇ ਵੀ ਕਾਲਜ ਹੈ, ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਕਿਤੇ ਵੀ ਜਾ ਕੇ ਐਡਮਿਸ਼ਨ ਲੈ ਰਹੇ ਸੀ। ਤੇ ਤਕਰੀਬਨ 800 ਕਰੋੜ ਰੁਪਈਆ ਕੇਂਦਰ ਸਰਕਾਰ ਦਾ ਪੰਜਾਬ ਨੂੰ ਆ ਰਿਹਾ ਸੀ, ਜਿਹੜਾ ਸਾਡੇ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਵਿੱਚ ਉਹਦਾ ਸਿੱਧਾ ਬੈਨੀਫਿਟ ਸੀਗਾ, ਉਹ ਪੜ੍ਹ ਲਿਖ ਰਹੇ ਸੀਗੇ। ਮੋਦੀ ਸਾਹਿਬ ਆਏ, ਉਹਨਾਂ ਨੇ ਬੰਦ ਕਰਤਾ ਵੀ 800 ਕਰੋੜ ਰੁਪਈਏ ਤੋਂ ਜੋ ਫਾਲਤੂ ਹੋਊਗਾ ਤਾਂ ਕੇਂਦਰ ਸਰਕਾਰ ਦੇਊਗੀ। ਹੁਣ 800 ਕਰੋੜ ਜਾਣੇ ਪੰਜਾਬ ਜਾਣੇ ਤੇ ਪੰਜਾਬ ਦੇ ਐਸਸੀ ਭਾਈਚਾਰੇ ਦੇ ਲੋਕ ਜਾਣ, ਜੋ ਕਿ ਮੈਂ ਸਮਝਦਾ ਵੀ ਅਗਰ ਅਕਾਲੀਆਂ ਨੇ ਪਹਿਲਾਂ ਇੱਥੇ ਡਾਕੇ ਮਾਰੇ ਸਾਡੇ ਦਲਿਤ ਭਾਈਚਾਰੇ ਦੇ, ਐਸਸੀ ਭਾਈਚਾਰੇ ਦੇ ਪੈਸਿਆਂ ਦੇ, ਦੇਖੋ ਮੈਂ ਮੰਨਦਾ ਵੀ ਕਰਪਸ਼ਨ ਇਜ਼ ਅ ਕਰਪਸ਼ਨ, ਚਾਹੇ ਇੱਕ ਪੈਸੇ ਦੀ ਭ੍ਰਿਸ਼ਟਾਚਾਰ ਹੈ ਉਹ ਗੁਨਾਹ ਹੈ, ਪਰ ਗਰੀਬ ਲੋੜਵੰਦ ਤੇ ਖਾਸ ਤੌਰ ਤੇ ਐਸਸੀ ਭਾਈਚਾਰੇ ਦਾ ਜਿਹੜਾ ਹੱਕ ਕੋਈ ਮਾਰਦਾ ਉਹ ਪਾਪ ਹੈ। ਇਹਨਾਂ ਨੇ ਪਾਪ ਕੀਤਾ, ਪਰ ਉਸ ਤੋਂ ਵੱਡਾ ਵੀ ਜਿਹੜਾ ਗੁਨਾਹ ਕੀਤਾ ਮੈਂ ਸਮਝਦਾ ਮੋਦੀ ਸਾਹਿਬ ਦੀ ਸਰਕਾਰ ਨੇ ਕੀਤਾ ਹੈ। ਜਿਹੜਾ ਉਹਨਾਂ ਨੇ ਡਾਕੇ ਮਾਰੇ, ਕਿਸੇ ਨੇ ਜੇਬ ਕੱਟੀ, ਕਿਸੇ ਨੇ ਚੋਰੀ ਕੀਤੀ, ਪਰ ਮੋਦੀ ਸਾਹਿਬ ਦੀ ਸਰਕਾਰ ਨੇ, ਬੀਜੇਪੀ ਦੀ ਸਰਕਾਰ ਨੇ ਜਿਹੜਾ ਕੀਤਾ ਉਹ ਸਾਡੇ ਐਸਸੀ ਭਾਈਚਾਰੇ ਦੇ ਨੌਜਵਾਨਾਂ ਦੇ ਭਵਿੱਖ ਦਾ ਕਤਲ ਕੀਤਾ, ਉਹਨਾਂ ਦੀ ਆਸ ਤੇ ਉਮੀਦਾਂ ਦਾ ਕਤਲ ਕੀਤਾ। ਇਸ ਕਰਕੇ ਮੈਂ ਆ ਜਿਹੜੇ ਲੋਕ ਅੱਜ ਪੰਜਾਬ ਦੀ ਸੜਕਾਂ ਦੇ ਉੱਤੇ ਪੁਤਲੇ ਫੂਕਦੇ ਫਿਰਦੇ ਹੈ, ਬਿਲਕੁਲ ਉਹਨਾਂ ਦਾ ਕੰਸਰਨ ਵਾਜਿਬ ਹੈ। ਸਾਡੇ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਈ ਦਾ ਮੌਕਾ ਮਿਲਣਾ ਚਾਹੀਦਾ ਹੈ। ਸਰਕਾਰ ਅਗਰ ਉਹਨੂੰ ਪੜ੍ਹਾਈ ਲਿਖਾਈ ਨਹੀਂ ਸੁਵਿਧਾ ਪ੍ਰਾਪਤ ਕਰਾ ਸਕਦੀ ਤਾਂ ਕਿਹੜੇ ਅੱਛੇ ਦਿਨਾਂ ਦੀ ਗੱਲ ਕਰਦੇ ਹੈ। ਪਰ ਜਿਹੜੇ ਪੁਤਲੇ ਸਾੜਦੇ ਆ, ਮੈਂ ਸਮਝਦਾ ਸਾਹਿਬ 4 ਦਿਨ ਇੰਤਜ਼ਾਰ ਕਰ ਲੈਣ। ਰਿਪੋਰਟ ਆ ਕੋਈ ਸੁਖਬੀਰ ਬਾਦਲ ਜੀ ਦੀ ਕਮੇਟੀ ਨਹੀਂ, ਇਸ ਕਮੇਟੀ ਦੀ ਰਿਪੋਰਟ ਆ ਜੂ ਅਗਲੇ ਹਫਤੇ ਦੇ ਸੋਮਵਾਰ ਮੰਗਲਵਾਰ ਨੂੰ ਇਹਦਾ ਨਿਬੇੜਾ ਹੋ ਜੂਗਾ ਤੇ ਜਿਨ੍ਹਾਂ ਦੇ ਪੁਤਲੇ ਫੂਕੇ ਜਾਣੇ ਆ ਉਹ ਗੱਲ ਵੀ ਸਾਹਮਣੇ ਆ ਜੂਗੀ। ਪਰ ਆ ਇੱਕ ਗੱਲ ਸਪਸ਼ਟ ਹੈ
ਵੀ ਅੱਜ ਦੇ ਦਿਨ ਜਿਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਕਿਸੇ ਇੱਕ ਬੰਦੇ ਦਾ ਪੁਤਲਾ ਅਗਰ ਸਾੜਿਆ ਜਾ ਸਕਦਾ ਹੈ ਬਿਨਾਂ ਕਿਸੇ ਸੰਕੋਚ ਦੇ, ਉਹ ਹੈ ਮੋਦੀ ਸਾਹਿਬ ਦੀ ਸਰਕਾਰ ਦਾ, ਜਿਨ੍ਹਾਂ ਨੇ ਸਾਡੇ ਐਸੀ ਭਾਈਚਾਰੇ ਦੇ ਉਹਨਾਂ ਦੇ ਖੁਆਬਾਂ ਦਾ, ਉਹਨਾਂ ਦੇ ਸੁਪਨਿਆਂ ਦਾ, ਉਹਨਾਂ ਦੇ ਭਵਿੱਖ ਦਾ ਕਤਲ ਕੀਤਾ ਹੈ। ਉਹ ਇਸ ਗੱਲ ਦੇ ਗੁਨਾਹਗਾਰ ਹੈ। ਆ ਜਿਹੜੀ ਰਿਪੋਰਟ ਆਈ ਹੈ ਸਾਹਿਬ, ਆ ਜਿਹੜੀ ਮੈਂ ਡੇਟਸ ਦਿੱਤੀਆਂ, ਮੈਂ ਡੇਟਸ ਇਸ ਕਰਕੇ ਬਾਰ-ਬਾਰ ਦੁਹਰਾ ਰਿਹਾ। 11 ਮਾਰਚ 2016 ਅਕਾਲੀ ਸਰਕਾਰ ਸੀਗੀ, ਆਹੀ ਮੰਤਰਾਲੇ ਸੀਗਾ, ਉਦੋਂ ਵਜ਼ੀਰ ਸੀਗੇ ਰਾਣੀਕੇ ਸਾਹਿਬ। ਅੱਜ ਆਹੀ ਮਹਿਕਮਾ, ਆਹ ਸਰਕਾਰ ਹੈ, ਗਵਰਨਮੈਂਟ ਬਦਲ ਗਈ, ਅਕਾਲੀ ਬੀਜੇਪੀ ਗਵਰਨਮੈਂਟ ਦੀ ਥਾਂ ਕਾਂਗਰਸ ਗਵਰਨਮੈਂਟ ਆ ਗਈ। ਅੱਜ ਦੇ ਦਿਨ ਮੰਤਰੀ ਸਾਧੂ ਸਿੰਘ ਧਰਮਸੋਤ ਜੀ ਹੈ। ਇਸ 2016 ਦੇ ਵਿੱਚ ਤੇ 2020 ਦੇ ਵਿੱਚ ਕੀ ਕਾਮਨ ਫੈਕਟਰ ਹੈ ਸਰ? ਵਟ ਇਜ਼ ਦਾ ਕਾਮਨ ਡਿਨੋਮੀਨੇਟਰ ਇਨ ਦਿਸ ਐਂਟਾਇਰ ਥਿੰਗ? ਉਹ ਚਲੇ ਗਏ ਰਾਣੀਕੇ ਸਾਹਿਬ, ਧਰਮਸੋਤ ਜੀ ਆ ਗਏ, ਬੀਜੇਪੀ ਅਕਾਲੀ ਚਲੇ ਗਏ, ਕਾਂਗਰਸ ਆ ਗਈ, ਬਟ ਇੱਕ ਬੰਦਾ ਜਿਹੜੇ ਉਸ ਸਮੇਂ ਵੀ ਸੀਗੇ ਤੇ ਜਿਹੜੇ ਅੱਜ ਵੀ ਹੈਗੇ, ਦੈਟ ਇਜ਼ ਆਰ ਸੈਕਟਰੀ ਮਾਨਯੋਗ ਜਿਹੜੇ ਸਾਡੇ ਸੈਕਟਰੀ ਸਾਹਿਬ ਹੈ। ਉਸ ਦਿਨ ਵੀ ਸੈਕਟਰੀ ਸੀਗੇ ਜਿਸ ਦਿਨ ਆ ਫਰਾਡ ਪਕੜਿਆ ਗਿਆ, ਜਿਹਨੂੰ ਕਹਿ ਰਹੇ ਬਗਿਆੜ ਖਾ ਰਹੇ ਹੈ, ਜਿਹਨੂੰ ਕਹਿ ਰਹੇ ਹੈ ਵੀ ਇਹਨਾਂ ਨੂੰ 100 ਕਰੋੜ ਰੁਪਏ ਦਾ ਹੋਣਾ ਚਾਹੀਦਾ ਹੈ, CBI ਹੋਣਾ ਚਾਹੀਦਾ ਹੈ, ਅਸੀਂ ਸਾਰੇ ਅਨਪੜ੍ਹ ਪੜ੍ਹੇ ਲਿਖੇ ਅਨਪੜ੍ਹ ਪੈਦਾ ਕਰ ਰਹੇ ਹਾਂ। ਉਦੋਂ ਵੀ ਇਸ ਸੈਕਟਰੀ ਦੇ ਇੰਚਾਰਜ ਸਰੋਜ ਸਾਹਿਬ ਸੀਗੇ ਤੇ ਅੱਜ ਵੀ ਹੈ। ਮੇਰਾ ਮੰਨਣਾ ਹੈ ਦੈਟ ਸ਼ੋਜ਼ ਇਸ ਸਾਰੇ ਸਿਸਟਮ ਦੇ ਅੰਦਰ ਕਿਤੇ ਨਾ ਕਿਤੇ ਦੇਰ ਇਜ਼ ਅ ਸਿਸਟੈਮਿਕ ਪ੍ਰੋਬਲਮ। ਸਿਸਟਮ ਜਿਹੜਾ ਹੈਗਾ ਇਹਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਨਵੀਂ ਸਕੀਮ ਡਾਕਟਰ ਮਨਮੋਹਨ ਸਿੰਘ ਨੇ ਸਾਡੇ 80 ਭਾਈਚਾਰੇ ਵਾਸਤੇ ਚਾਲੂ ਕੀਤੀ ਸੀ, ਉਹਨਾਂ ਨੇ ਖੁੱਲ੍ਹੇ ਗੱਫੇ ਦਿੱਤੇ, ਤੇ ਜਦੋਂ ਖੁੱਲ੍ਹੇ ਗੱਫੇ ਆਏ ਸਾਰਿਆਂ ਨੇ ਉਹਦੇ ਵਿੱਚ ਬਹਿਤੀ ਗੰਗਾ 'ਚ ਸਾਰਿਆਂ ਨੇ ਹੱਥ ਧੋਣ ਦਾ ਪ੍ਰਯਾਸ ਕੀਤਾ। ਪਰ ਮੇਰਾ ਜਿਹੜਾ ਪੁਆਇੰਟ ਮੈਂ ਕਹਿਣਾ ਚਾਹੁੰਦਾ, ਆਈ ਡੂ ਨਾਟ ਹੋਲਡ ਐਨੀਬਡੀ ਗਿਲਟੀ ਔਰ ਗਿਵ ਐਨੀਬਡੀ ਅ ਕਲੀਨ ਚਿੱਟ। ਮੇਰਾ ਕਹਿਣਾ ਹੈ ਬੰਦਾ ਇੱਕ ਵਾਰੀ ਠੋਕਰ ਖਾਂਦਾ ਹੈ, ਉਹਨੂੰ ਲੋਕ ਕਹਿੰਦੇ ਵੀ ਸ਼ਾਇਦ ਅਣਜਾਣੇ 'ਚ ਗਲਤੀ ਹੋ ਗਈ, ਪਰ ਜਿਹੜਾ ਬੰਦਾ ਦੁਬਾਰਾ ਉਹ ਜਿਹੜੀ ਪੋਜੀਸ਼ਨ 'ਚ ਬੈਠੇ ਹੈ, ਆਈ ਥਿੰਕ ਦਿਸ ਇਜ਼ ਦਾ ਡਿਊਟੀ, ਮੋਰਲ ਰਿਸਪੌਂਸਿਬਿਲਿਟੀ ਜਾਂ ਐਡਮਿਨਿਸਟ੍ਰੇਟਿਵ ਰਿਸਪੌਂਸਿਬਿਲਿਟੀ ਮਹਿਕਮੇ ਦੀ ਬਣਦੀ ਹੈ ਵੀ ਜਿਹਦੇ ਵਿੱਚ ਕੋਈ ਸਿਸਟਮ ਦੇ ਲਕੂਨਾ ਹੈ, ਕਿਤੇ ਕਮੀ ਹੈ, ਉਹਨੂੰ ਸੁਧਾਰਨ। ਅਗਰ 2016 'ਚ ਨਹੀਂ ਸੁਧਾਰ ਸਕੇ ਵੀ ਉਦੋਂ ਅਕਾਲੀਆਂ ਦਾ ਦਾਬਾ ਸੀ, ਤਾਂ ਹੁਣ ਸੁਧਾਰਨਾ ਚਾਹੀਦਾ ਸੀਗਾ। ਸੋ ਐਟਲੀਸਟ ਦੇਰ ਇਜ਼ ਸਮ ਸੌਰਟ ਆਫ ਅ ਨਿਗਲੀਜੈਂਸ ਵਿਚ ਇਜ਼ ਪ੍ਰੂਵਨ ਵੀ ਕਿਤੇ ਨਾ ਕਿਤੇ ਜੋ ਠਰਰਾ ਚੱਲਿਆ ਆ ਰਿਹਾ ਸੀਗਾ, ਜੋ ਡਾਕੇ ਵੱਜ ਰਹੇ ਸੀਗੇ, ਉਹਨੂੰ ਰੋਕਣ ਦਾ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਕੋਈ ਸੀਰੀਅਸ ਪ੍ਰਯਾਸ ਨਹੀਂ ਹੋਇਆ। ਆਹ ਗੱਲ ਇਹਦੇ ਨਾਲ ਇੱਕ ਪ੍ਰੂਵ ਹੁੰਦੀ ਹੈ। ਐਡਮਿਨਿਸਟ੍ਰੇਟਿਵ ਦੇ ਅੰਦਰ ਲਕੂਨਾ ਹੈ, ਦੈਟ ਡਜ਼ਨਟ ਮੀਨ ਵੀ ਕੋਈ ਆ ਕੇ ਵੀ ਦਰਵਾਜ਼ਾ ਖੁੱਲ੍ਹਾ ਛੱਡ ਕੇ ਆਪਾਂ ਜਾਂਦੇ ਰਹੇ ਤੇ ਕੋਈ ਆ ਕੇ ਇੱਥੋਂ ਮਾਲ ਚੱਕ ਕੇ ਲੈ ਜੇ। ਆਈ ਵਾਂਟ ਟੂ ਸੇ ਆਹ ਸਰਕਾਰ ਹੈ, ਕੈਪਟਨ ਸਾਹਿਬ ਦੀ ਕਾਂਗਰਸ ਦੀ ਸਰਕਾਰ ਹੈ। ਦੇਰ ਇਜ਼ ਅ ਰੂਲ ਆਫ ਲਾਅ, ਇੱਥੇ ਐਸਟੈਬਲਿਸ਼ਡ ਨੋਰਮਸ ਆ, ਕੋਈ ਮੁਨਿਆਰੀ ਦੀ ਹੱਟੀ ਨਹੀਂ ਵੀ ਮਰਜ਼ੀ ਆਵੇ ਕਿਸੇ ਨੂੰ ਰੇਵੜੀਆਂ ਵੰਡਤੀਆਂ ਬਾਅਦ 'ਚ ਹਿਸਾਬ ਕਰ ਲਾਂਗੇ। ਨੋ ਮਿਨਿਸਟਰ ਹੈਜ਼ ਦਾ ਅਥਾਰਟੀ, ਦੇਰ ਇਜ਼ ਅ ਪ੍ਰੋਪਰ ਪ੍ਰੋਸੈਸ ਟੂ ਬੀ ਫੋਲੋਡ। ਇੱਕ ਪੂਰਾ ਸਿਸਟਮ ਹੈ ਜਿਹਨੂੰ ਫੋਲੋ ਕਰਕੇ ਆ ਦਿੱਤੇ ਜਾਂਦੇ ਹੈ। ਐਂਡ ਆਈ ਬਿਲੀਵ ਸਾਰੇ ਜਿਹੜੇ ਖਦਸ਼ੇ ਪੈਦਾ ਕੀਤੇ ਗਏ ਹੈ, ਸਾਰੇ ਸਵਾਲ ਜਿਹੜੇ ਆਏ ਹੈ ਸਾਹਮਣੇ ਪ੍ਰੈਸ ਦੇ ਅੰਦਰ ਜਾਂ ਇਲਜ਼ਾਮ ਲੱਗੇ, ਜਿਹੜੀ ਰਿਪੋਰਟ ਦੀ ਕਾਪੀ ਹੋ ਰਹੀ ਹੈ, ਆਲ ਦੋਜ਼ ਕੁਐਸਚਨਸ ਹੈਵ ਬਿਨ, ਉਹ ਉਹਨਾਂ ਦੇ ਰਿਪੋਰਟਸ ਆ ਗਈਆਂ, ਜਿਹੜੀ ਕਮੇਟੀ ਬਣਾਈ ਹੈ ਐਗਜ਼ਾਮਿਨ ਕਰ ਰਹੀ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਊਗਾ। ਮੇਰਾ ਜਿਹੜਾ ਮੇਨ ਪੁਆਇੰਟ ਹੈ ਜਿਹਦੇ ਕਰਕੇ ਦਿਸ ਵਾਜ਼ ਦਾ ਬੈਕਗਰਾਊਂਡ, ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸਭ, ਅੱਜ ਮਸਲਾ ਆ ਨਹੀਂ ਵੀ ਕਿਹਨੇ ਡਾਕਾ ਮਾਰਿਆ ਸੀ, ਕੋਈ ਜੇਬ ਕੱਟ ਕੇ ਲੈ ਗਿਆ ਜਾਂ ਕੋਈ ਕਰ ਗਿਆ ਜਾਂ ਕਿਸੇ ਨੇ ਇਹਨਾਂ ਦੇ ਸੁਪਨਿਆਂ ਦਾ ਕਤਲ ਕਰਤਾ। ਅੱਜ ਹੈ ਉਹਨਾਂ ਬੱਚਿਆਂ ਦੇ ਭਵਿੱਖ ਦਾ ਸਵਾਲ, ਅਸੀਂ ਉਹਦੇ ਵਾਸਤੇ ਕੀ ਕਰ ਰਹੇ ਹਾਂ। ਮੇਰਾ ਮੰਨਣਾ ਹੈ ਜਦੋਂ ਮੈਂ ਕਹਿੰਦਾ ਵੀ ਮੋਦੀ ਸਾਹਿਬ ਦੀ ਸਰਕਾਰ ਦੇ ਪੁਤਲੇ ਫੂਕੀਏ, ਵਟ ਆਈ ਮੀਨ ਟੂ ਸੇ ਇਜ਼ ਵੀ ਅੱਜ ਸਾਰੀ ਪਾਰਟੀਆਂ, ਜੇ ਅੱਜ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਲੈ ਕੇ ਚਿੰਤਿਤ ਹੈ, ਚਿੰਤਿਤ ਹੋਣਾ ਬਣਦਾ। ਉਹਨਾਂ ਨੇ ਆਓ ਸਾਰੇ ਰਲ ਕੇ ਆਪਾਂ ਸੈਂਟਰ ਦੇ ਵਿੱਚ ਜਿੱਥੇ ਕੰਮ, ਦੇਖੋ ਆਹ ਜਿਹੜਾ ਹੈ 800 ਕਰੋੜ ਰੁਪਈਆ ਅੱਜ ਪੰਜਾਬ ਸਰਕਾਰ ਕੋਲ ਹੈ ਨਹੀਂ, ਕਿਉਂਕਿ ਉਹਨਾਂ ਬੱਚਿਆਂ ਨੂੰ ਅਗਰ ਆਪਾਂ ਕਰਨਾ ਹੈ, 3 ਸਾਲ ਹੋ ਗਏ ਕਿਸੇ ਨੇ ਆਹ ਮੁੱਦਾ ਤਾਂ ਚੱਕਿਆ ਨਹੀਂ। ਆਈ ਥਿੰਕ ਆ ਜਿਹੜਾ ਰਾਮ ਰੋਲਾ ਹੁਣ ਪੈ ਰਿਹਾ ਹੈ, 16 'ਚ ਨਹੀਂ ਪਿਆ, ਹੁਣ ਆ ਕੇ ਪੈ ਰਿਹਾ, ਦੈਟ ਮੀਨਸ ਦੇ ਵਾਂਟ ਟੂ ਬੀਜੇਪੀ ਨੂੰ ਉਹਦੀ ਸੇਫ ਗਾਰਡ ਕਰ ਰਿਹਾ ਵੀ ਮੋਦੀ ਸਾਹਿਬ ਤੇ ਲਾਂਛਨ ਨਾ ਲੱਗ ਜੇ। ਉਹਨਾਂ ਦੀ ਉਸ ਚਿੱਟੀ ਚਾਦਰ ਦੇ ਉੱਤੇ ਕਹਿੰਦਾ ਮੋਦੀ ਹੈ ਤਾਂ ਮੁਮਕਿਨ ਹੈ, ਇਸ ਕਰਕੇ ਸਾਨੂੰ ਉਮੀਦ ਵੀ ਹੈ ਵੀ ਆਪਾਂ ਪ੍ਰੈਸ਼ਰ ਬਣਾਵਾਂਗੇ, ਮੋਦੀ ਸਾਹਿਬ ਖਜ਼ਾਨੇ ਇੱਧਰ ਵੀ ਖੋਲ੍ਹ ਦੇਣਗੇ। ਅਗਰ ਡਾਕਟਰ ਮਨਮੋਹਨ ਸਿੰਘ ਦੇ ਸਕਦੇ ਆ ਪੈਸੇ ਗਰੀਬਾਂ ਵਾਸਤੇ, ਦਲਿਤ ਭਾਈਚਾਰੇ ਵਾਸਤੇ, ਤਾਂ ਮੋਦੀ ਸਾਹਿਬ ਕਿਉਂ ਨਹੀਂ ਦੇ ਸਕਦੇ? ਉਹਨਾਂ ਤੇ ਪ੍ਰੈਸ਼ਰ ਬਣਾਈਏ, ਅਸੀਂ ਬਣਾਵਾਂਗੇ। ਅੱਜ ਝੂਠੇ ਜਿਹੜੇ ਆਂਸੂ, ਦੇਖੋ ਮੈਂ ਅੱਜ ਕਿਸੇ ਦਾ ਵਕੀਲ ਨਹੀਂ ਇੱਥੇ, ਅਗਰ ਮੈਂ ਕਿਸੇ ਦਾ ਵਕੀਲ ਹਾਂ, ਪੰਜਾਬ ਦਾ ਵਕੀਲ ਹਾਂ, ਤੇ ਪੰਜਾਬ ਦੇ ਅੰਦਰ ਵੀ ਕਿਸੇ ਦਾ ਵਕੀਲ ਹਾਂ, ਤਾਂ ਮੈਂ ਆਹ ਮੁੱਦਾ ਰਾਣੀਕੇ ਸਾਹਿਬ ਦੇ ਸਾਹਮਣੇ ਵੀ ਚੱਕਿਆ ਸੀਗਾ, ਅਸੈਂਬਲੀ 'ਚ ਵੀ ਚੱਕਿਆ ਸੀਗਾ, ਤੇ ਜਦੋਂ ਮੈਨੂੰ ਮੌਕਾ ਮਿਲਿਆ ਰਾਈਟ ਫੋਰਮ ਤੇ ਜਾਣ ਦਾ, ਮੈਂ 1.5 ਸਾਲ ਦੇ ਕਰੀਬ ਮੈਨੂੰ ਪੰਜਾਬ ਦੀ ਨੁਮਾਇੰਦਗੀ ਲੋਕ ਸਭਾ 'ਚ ਕਰਨ ਦਾ ਗੁਰਦਾਸਪੁਰ ਦਾ ਮੌਕਾ ਮਿਲਿਆ।
मैं थोड़े सामने कुछ तस्वीरें रखना चाहना बिकॉज ਇਹ ਜਿਹੜੇ फैक्ट्स है ਇਹਨਾਂ ਨੂੰ ਕੋਈ ਝੁਠਲਾ नहीं सकता सर। ਮੈਨੂੰ ਇੱਕ ਵਾਰੀ नहीं 1.5 ਸਾਲ ਦੇ ਅੰਦਰ ਅੱਡ-ਅੱਡ ਸਮੇਂ ਦੀਆਂ ਤਸਵੀਰਾਂ ਤੁਸੀਂ ਦੇਖੋਗੇ, ਮੈਂ ਕਾਪੀਜ਼ ਦੇਵਾਂਗਾ ਇਹਨਾਂ ਨੂੰ। ਇਹਨਾਂ ਦੇ ਤੁਸੀਂ ਦੇਖਿਓ, ਸਾਰੇ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਇਕੱਠੇ ਕਰਕੇ ਅਸੀਂ ਮੋਦੀ ਸਰਕਾਰ ਦੇ ਜਾ ਕੇ ਉੱਥੇ ਪਾਰਲੀਮੈਂਟ ਦੇ ਸਾਹਮਣੇ ਵੀ ਤੁਸੀਂ ਸਾਡੇ ਗਰੀਬਾਂ ਦੇ ਨਾਲ, ਸਾਡੇ ਦਲਿਤ ਭਾਈਚਾਰੇ ਦੇ ਨਾਲ ਕਿਉਂ ਧੱਕਾ ਕਰ ਰਹੇ ਹੋ। ਪਾਰਲੀਮੈਂਟ ਨੂੰ ਘੇਰਿਆ ਸਾਹਿਬ। ਮੇਰੇ ਖਿਆਲ 'ਚ ਸਾਡੇ ਉੱਥੇ ਐਮਪੀਜ਼ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਣੀ ਹੈ ਵੀ ਸਾਰੇ ਐਮਪੀਜ਼ ਇਕੱਠੇ ਹੋ ਕੇ ਮੁੱਦਾ ਇੱਕ ਵਾਰੀ ਤੁਸੀਂ ਦੇਖੋਗੇ ਡਰੈਸਿਸ ਤੋਂ ਵੀ, ਕੋਈ ਸਰਦੀਆਂ ਦੇ ਵਿੱਚ ਹੈ, ਕੋਈ ਕਿਸੇ ਟਾਈਮ ਦੇ ਆਰ ਆਲ ਡਿਫਰੈਂਟ ਟਾਈਮਸ, ਡਿਫਰੈਂਟ ਅਮਾਊਂਟਸ ਜਿਹੜੀਆਂ ਸਾਡੀਆਂ ਆਊਟਸਟੈਂਡਿੰਗ ਖੜੀਆਂ ਸੀ। ਅਸੀਂ ਮੁੱਦਾ ਚੱਕਣ ਦਾ ਫੋਰਮ ਹੈ ਕੇਂਦਰ ਦੇ ਅੰਦਰ। ਅੱਜ ਇਹਨਾਂ ਦੇ ਵਿੱਚ ਮੈਂ ਰਿਕਾਰਡ ਦੇ ਅੰਦਰ ਸੋਮ ਪ੍ਰਕਾਸ਼ ਜੀ ਜਿਹੜੇ ਅੱਜ ਬੈਠੇ ਹੈ, ਜਿਨ੍ਹਾਂ ਨੇ ਇਨਕੁਆਇਰੀ ਮਾਰਕ ਕਰਤੀ ਤੇ ਉੱਥੋਂ ਡਾਇਰੈਕਟਰ ਲੈਵਲ ਦਾ ਬੰਦਾ ਆ ਰਿਹਾ ਹੈ, ਅਸੈਂਬਲੀ ਬੰਦ ਪਈ ਹੈ। ਮੈਂ ਸੋਮ ਪ੍ਰਕਾਸ਼ ਜੀ ਦੇ ਬਿਆਨ ਵੀ ਦੇਵਾਂਗਾ। ਹੀ ਵਾਜ਼ ਪਾਰਟ ਐਂਡ ਪਾਰਸਲ। ਜਦੋਂ ਮੈਂ ਚਾਰਜ ਲਾਇਆ ਸੀ ਰਾਣੀਕੇ ਸਾਹਿਬ ਤੇ ਮੇਰੀ ਉਹਨਾਂ ਨੇ ਸਪੋਰਟ ਕੀਤੀ ਸੀ ਸੋਮ ਪ੍ਰਕਾਸ਼ ਜੀ ਨੇ ਵੀ ਅੱਜ ਜਾਖੜ ਸਾਹਿਬ ਜੋ ਕੁਝ ਕਹਿ ਰਹੇ ਆ ਬਿਲਕੁਲ ਫਰਾਡ ਇੱਥੇ ਐਸਸੀ ਭਾਈਚਾਰੇ ਦੇ ਬੱਚਿਆਂ ਨਾਲ ਹੋ ਰਿਹਾ। ਅੱਜ ਉੱਥੇ ਬੈਠੇ ਹੈ। ਮੈਂ ਤਾਂ ਕਹਿੰਦਾ ਵੀ ਸਾਡੀ ਪੰਜਾਬ ਦੀ ਖੁਸ਼ਕਿਸਮਤੀ ਹੈ ਵੀ ਉੱਥੇ 3 ਮੰਤਰੀ ਹੈ, ਕਿਉਂਕਿ ਮੈਂ ਪੁਰੀ ਸਾਹਿਬ ਨੂੰ ਵੀ ਪੰਜਾਬ ਦਾ ਸਮਝਦਾ ਸਾਹਿਬ। ਪਹਿਲਾਂ ਚਾਹੇ ਅਰੁਣ ਜੇਟਲੀ ਸਾਹਿਬ ਚਾਹੇ ਨਹੀਂ ਜਿੱਤ ਕੇ ਗਏ, ਪਰ ਅੰਮ੍ਰਿਤਸਰ ਦੇ ਉਹਨਾਂ ਨੇ ਲੋਕਾਂ ਨੇ ਵੋਟਾਂ ਪਾਈਆਂ। ਅੱਜ ਪੁਰੀ ਸਾਹਿਬ ਨੂੰ ਉਹਨਾਂ ਨੇ ਵੋਟਾਂ ਪਾਈਆਂ। ਅੱਜ ਸਾਡੀ ਖੁਸ਼ਕਿਸਮਤੀ ਹੈ ਵੀ ਉੱਥੇ ਬੈਠੇ ਹੈ ਤੇ ਪੰਜਾਬ ਦਾ ਪੱਖ ਪੂਰਨ ਜਾ ਕੇ ਗੱਲ ਕਰਨ ਵੀ ਸਭ ਤੋਂ ਜ਼ਿਆਦਾ ਪਰਸੈਂਟੇਜ ਅਗਰ ਕਿਤੇ ਪਰਸੈਂਟੇਜ ਵਾਈਜ਼ ਸਾਡੇ 80 ਭਾਈਚਾਰਾ ਤਾਂ ਪੰਜਾਬ 'ਚ ਹੈ। ਤਾਂ ਸਾਰੇ ਬੱਚੇ ਨੂੰ ਪਤਾ, ਮੋਦੀ ਸਾਹਿਬ ਨੂੰ ਪਤਾ। ਸੋ ਵਾਈ ਡੋਂਟ ਦੇ ਡੂ ਸਮਥਿੰਗ। ਇੱਕ ਬੰਦੇ ਨੇ, ਸੁਖਬੀਰ ਬਾਦਲ ਅੱਜ ਪੁਤਲੇ ਸਾੜਨ ਦੀ ਗੱਲ ਕਰਦੇ ਆ ਥਾਂ ਜਾ ਕੇ। ਇੱਕ ਵਾਰੀ ਸੁਖਬੀਰ ਜੀ ਦੱਸ ਦੇਣ ਵੀ ਜਦੋਂ ਦੇ ਬਣੇ 1 ਸਾਲ ਹੋ ਗਿਆ ਇਹਨਾਂ ਨੂੰ ਐਮਪੀ ਬਣੇ ਨੂੰ, ਇੱਕ ਵਾਰੀ ਇਸ਼ੂ ਰੇਜ਼ ਕੀਤਾ ਹੋਵੇ ਇਹਨਾਂ ਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ 14 'ਚ ਇੱਕ ਵਾਰੀ ਐਸਸੀ ਭਾਈਚਾਰੇ ਵਾਸਤੇ ਗੱਲ ਕੀਤੀ ਹੋਏ। ਅੱਜ ਇੱਥੇ ਸੜਕਾਂ ਦੇ ਉੱਤੇ ਪੁਤਲੇ ਫੂਕ ਰਹੇ ਸਭ। ਦਿਸ ਇਜ਼ ਨਾਟ ਡਨ ਸਾਹਿਬ। ਮੈਂ ਇਸ ਗੱਲ ਦਾ ਸੀਰੀਅਸਲੀ, ਦੇਖੋ ਗੰਭੀਰ ਮੁੱਦਾ ਹੈ। ਮੈਂ ਐਵੇਂ ਨਹੀਂ ਕਹਿ ਦਿੰਦਾ ਰਾਜਨੀਤਿਕ ਰੋਟੀਆਂ ਇੱਥੇ ਸੇਕੀ ਜਾਓ, ਪੁਤਲੇ ਸਾੜੀ ਜਾਓ, ਹਾਏ ਬਾਈ ਕਰੇ ਜਾਓ, ਇਹਨਾਂ ਦਾ ਕੋਈ ਮਾਇਨਾ ਨਹੀਂ ਸਾਹਿਬ। ਅਸਲੀ ਜਿਹੜਾ ਕਤਲ ਕੀਤਾ ਹੈ ਉਹ ਮੋਦੀ ਸਾਹਿਬ ਦੀ ਸਰਕਾਰ ਨੇ ਕੀਤਾ ਹੈ। ਕੁਰਸੀ ਦਾ ਲਾਲਚ ਛੱਡ ਕੇ ਸੁਖਬੀਰ ਜੀ ਇਸ ਮਸਲੇ ਤੇ ਧਰਨਾ ਉੱਥੇ ਦੇਣ, ਸਾਰੇ ਲੋਕ ਧਰਨਾ ਦਈਏ ਤੇ ਜਾ ਕੇ ਇਹਦੀ ਗੱਲ ਬਣੇ। ਬਟ ਦੈਟ ਇਜ਼ ਵਨ ਪਾਰਟ ਆਫ ਦ ਸਟੋਰੀ। ਸੈਕਿੰਡ ਜਿਹੜੀ ਮੈਂ ਕਹਿਣਾ ਚਾਹੁੰਦਾ, 800 ਕਰੋੜ ਰੁਪਏ ਅੱਜ ਦੇ ਦਿਨ ਪੰਜਾਬ ਦੇ ਹਾਲਾਤ ਸਾਡੇ ਕੋਲ ਹੈ ਨਹੀਂ ਵੀ ਅਸੀਂ ਇਹ ਪੈਸਾ ਮੁਹੱਈਆ ਕਰਾ ਸਕੀਏ। ਬਟ ਇਸ ਮਸਲੇ ਤੇ ਗੰਭੀਰ ਵਿਚਾਰ ਜਿਹੜੀ ਆਲਰੇਡੀ ਮੈਂ ਕਈ ਸਾਡੇ ਮੰਤਰੀ ਸਾਹਿਬਾਨ ਨਾਲ ਗੱਲਬਾਤ ਕੀਤੀ ਹੈ, ਚੰਨੀ ਸਾਹਿਬ ਨਾਲ ਵੀ ਕੀਤੀ। ਅਸੀਂ ਜਾ ਕੇ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਇਸ ਮਸਲੇ ਨੂੰ ਕੋਖਾਂਗੇ ਵੀ ਇਹਦਾ ਹੱਲ ਕਿਵੇਂ ਕਰੀਏ, ਕਿੰਨਾ ਪੈਸਾ ਅਸੀਂ, ਕਿਉਂਕਿ ਇੱਕ ਪਾਸੇ ਜਿੱਥੇ ਅਸੀਂ ਬਿਲੋ ਮੈਟ੍ਰਿਕ ਆਪਾਂ +2 ਦੇ ਤਾਂ ਬੱਚਿਆਂ ਨੂੰ ਕੈਪਟਨ ਸਾਹਿਬ ਨੇ ਪੜ੍ਹਾਈ ਜਿਹੜੀ ਮੁਫਤ ਕਰਤੀ। ਹੁਣ ਮਸਲਾ ਹੈ ਕਾਲਜਿਸ ਦਾ ਤੇ ਟੈਕਨੀਕਲ ਇੰਸਟੀਚਿਊਟਸ ਦਾ, ਕਿਉਂਕਿ ਟੈਕਨੀਕਲ ਕਾਲਜ ਅਗਰ ਇੰਜੀਨੀਅਰਿੰਗ ਕਾਲਜ ਜਾਂਦੇ ਹੈ ਜਾਂ ਮੈਡੀਕਲ ਕਾਲਜ ਉਹਦੀ ਫੀਸ ਬਹੁਤ ਜ਼ਿਆਦਾ ਹੈ। ਦੈਟਸ ਵਾਟ ਅਮਾਊਂਟਸ ਟੂ। ਇਹਦੇ ਵਿੱਚ ਤਾਂ ਬਹੁਤ ਸਾਰੀ ਠੱਗੀਆਂ ਜਿਹੜੇ ਉਹਨਾਂ ਨੇ ਕਿਹਾ ਵੀ ਫਰਾਡ, ਡਬਲ ਐਂਟਰੀਜ਼ ਐਂਡ ਫੇਕ ਐਡਮਿਸ਼ਨਸ ਕੀਤੀਆਂ। ਬਟ ਮੇ ਵੀ 3.5 ਲੱਖ ਅੰਕੜਾ ਨਹੀਂ ਹੋਣਾ ਤਾਂ 1.5 ਲੱਖ ਹੋਣਾ, 2 ਲੱਖ ਹੋਣਾ। ਉਹਨਾਂ ਵਾਸਤੇ ਪੈਸਾ ਕਿੱਥੋਂ ਆਊਗਾ? ਮੇਰਾ ਇੱਕ ਮੈਂ ਬੜੇ ਇਸ ਮਸਲੇ ਨੂੰ ਸੀਰੀਅਸਲੀ, ਕਿਉਂਕਿ ਨਾਟ ਐਜ਼ ਵੀ ਇਹਨੂੰ ਉਛਾਲਾਂਗੇ ਜਾ ਕੇ ਸੁਖਬੀਰ ਬਾਦਲ ਨੂੰ ਚੰਗਾ ਮਾੜਾ ਕਵਾਂਗੇ। ਮੈਂ ਇਹਨੂੰ ਦੇਖਿਆ ਮੋਦੀ ਸਾਹਿਬ ਨੂੰ ਲਾਂਤਾਂ ਭੇਜਾਂਗੇ, ਪਰ ਨਹੀਂ। ਮੈਂ ਦੇਖਿਆ ਵੀ ਜਿਹੜੇ ਅੱਜ ਇਹਨਾਂ ਨੇ ਇੱਕ ਨਵੀਂ ਸਕੀਮ ਮੋਦੀ ਸਾਹਿਬ ਦੀ ਚੱਲ ਰਹੀ ਅੱਜ ਕੱਲ੍ਹ ਜਿਹੜੀ ਹੈ ਪ੍ਰਧਾਨ ਮੰਤਰੀ ਕੇਂਦਰੀ ਕਿ ਉਹ ਕੌਸ਼ਲ ਵਿਕਾਸ ਯੋਜਨਾ, ਸਕਿੱਲ ਡਿਵੈਲਪਮੈਂਟ ਸੈਂਟਰ, ਉਹਦੇ ਵਾਸਤੇ ਮੈਂ ਅੰਕੜੇ ਚੈੱਕ ਕੀਤੇ। 3000 ਕਰੋੜ ਰੁਪਏ ਉਹਦੇ ਵਿੱਚ ਅਲਾਟ ਕਰ ਰੱਖੀਏ। ਮੈਂ ਸਾਡੇ ਇੱਥੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਅੰਦਰ ਥਾਂ ਸਕਿੱਲ ਸੈਂਟਰ ਖੁੱਲ੍ਹੇ। ਟੋਟਲ ਫਰਾਡ ਸਾਹਿਬ, ਇਟਸ ਅ ਟੋਟਲ ਫਰਾਡ, ਇਟਸ ਅ ਫਰਾਡ ਇਨ ਮੇਕਿੰਗ। ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੇ ਬੀ ਦੇਰ ਇਜ਼ ਅ ਐਕਸੈਪਸ਼ਨ ਟੂ ਦਾ ਰੂਲ ਵੀ ਕਿਤੇ ਨਾ ਕਿਤੇ ਕੋਈ ਜੈਨੂਅਨ ਸਕਿੱਲ ਐਨਹਾਂਸਮੈਂਟ ਦੀ ਟ੍ਰੇਨਿੰਗ ਹੋ ਰਹੀ ਹੈ। ਟੋਟਲ ਅਨਦਰ ਸਕੈਮ ਆਫ ਦਿਸ ਮੈਗਨੀਚਿਊਡ ਜਿਹੜਾ ਇੱਥੇ ਹੋ ਰਿਹਾ। ਸੈਂਟਰ ਦਾ ਪੈਸਾ ਹੈ ਤੇ ਉਹਨੂੰ ਗੱਫੇ ਲੁੱਟੀ ਜਾ ਰਹੇ ਹੈ। ਉਹਦੇ ਉੱਤੇ ਅਸੀਂ ਮਿਲ ਕੇ ਮੋਦੀ ਸਾਹਿਬ ਨੂੰ, ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰੂੰਗਾ, ਰਿਕੁਐਸਟ ਕਰੀਏ ਵੀ ਉਸ ਪੈਸੇ ਨੂੰ ਡਾਈਵਰਟ ਕਰਨ ਜਾਂ ਕਿਤੇ ਹੋਰ ਜਿਹੜਾ 20 ਲੱਖ ਕਰੋੜ ਦਾ ਪੈਕੇਜ ਅਨਾਊਂਸ ਕੀਤਾ ਹੈ ਮੋਦੀ ਸਾਹਿਬ ਨੇ, ਉਸ 20 ਲੱਖ ਕਰੋੜ 'ਚ ਮੈਂ ਸਮਝਦਾ ਵੀ ਸਾਡੇ ਐਸਸੀ ਭਾਈਚਾਰੇ ਵਾਸਤੇ ਅਗਰ ਮੋਦੀ ਸਾਹਿਬ ਕੋਲ 800 ਕਰੋੜ ਰੁਪਏ ਨਹੀਂ ਤਾਂ ਉਹਨਾਂ ਨੂੰ ਮੈਂ ਸਮਝਦਾ ਵੀ ਦੇਸ਼ ਦੇ ਮੁੱਖ ਮੰਤਰੀ ਵਾਸਤੇ ਹੀ ਇਜ਼ ਅ ਵੈਰੀ ਬਿਗ ਡਿਸਅਪੁਆਇੰਟਮੈਂਟ। ਇਕੱਲੇ ਐਸੀ ਭਾਈਚਾਰੇ ਵਾਸਤੇ ਨਹੀਂ, ਸਾਰੇ ਮੈਂ ਸਮਝਦਾ ਵੀ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਵਾਸਤੇ ਹੀ ਵਿਲ ਪ੍ਰੂਵ ਟੂ ਅ ਵੈਰੀ ਬਿਗ ਡਿਸਅਪੁਆਇੰਟਮੈਂਟ। ਅਸੀਂ ਸਰਕਾਰ ਆਪਣੇ ਕੰਨਿਓ ਜੋ ਕੁਝ ਵੀ ਮੁਹੱਈਆ ਕਰਾ ਸਕਦੀ ਹੈ ਪੰਜਾਬ ਸਰਕਾਰ ਕਰਾਊਗੀ, ਪਰ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਸਾਨੂੰ ਨਾ GST ਮਿਲ ਰਹੀ, ਨਾ ਸਾਡਾ ਬਣਦਾ ਹੱਕ ਪੈਸਾ ਸੈਂਟਰ ਨੂੰ ਮੁੜ ਰਿਹਾ, ਸਾਡੀ ਜਿਹੜੀ ਰੈਵਨਿਊ ਸੋਰਸਿਸ ਡਰੇਨ ਅਪ ਹੋਏ ਪਏ ਹੈ। ਕੇਂਦਰ ਸਰਕਾਰ ਨੇ
अपने आप ਨੂੰ ਵਰਚੁਅਲੀ ਦੇ ਹੈਵ ਕਾਲਡ ਦੈਮਸੈਲਫ ਦੇ ਹੈਵ ਬਿਕਮ ਬੈਂਕਰਪਟ ਦਿਵਾਲਾ ਕੱਢਤਾ ਵੀ ਅਸੀਂ ਤੁਹਾਡਾ ਬਕਾਇਆ ਪੈਸਾ ਨਹੀਂ ਦੇ ਸਕਦੇ। ਉਹਨਾਂ ਹਾਲਾਤਾਂ ਦੇ ਵਿੱਚ ਆਈ ਡੋ ਨਾਟ ਵਾਂਟ ਟੂ ਮੇਕ ਫਾਲਸ ਪ੍ਰੋਮਿਸਿਸ, ਪਰ ਸਾਡੀ ਕੋਸ਼ਿਸ਼ ਹੋਊਗੀ ਵੀ ਜਿਹੜੇ ਵੀ ਸਾਧਨ ਹੈ ਉਹਨਾਂ ਨੂੰ ਪ੍ਰੋਪਰ ਯੂਟਿਲਾਈਜ਼ ਕਰਕੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੀਏ। ਪਰ ਮੇਨ ਗੱਲ ਹੈ ਸਾਰੀ ਪਾਰਟੀਆਂ ਰਾਜਨੀਤੀ ਛੱਡ ਕੇ ਸੱਚ ਨੂੰ ਸੱਚ ਕਹਿਣ, ਜ਼ਿੰਮੇਵਾਰੀ ਇਸ ਬੱਚਿਆਂ ਦੇ ਭਵਿੱਖ ਦੇ ਕਤਲ ਦੀ let's put this blame where it belongs, ਉਹਨਾਂ ਤੇ ਲਾਈਏ ਤੇ ਉਹਨਾਂ ਤੇ ਪ੍ਰੈਸ਼ਰ ਬਣਾਈਏ। ਮੈਂ ਅੱਜ ਕਰਕੇ ਕਹਿਣਾ ਹੈ ਐਂਡ ਆਈ ਹੋਪ ਸੋਮਵਾਰ ਮੰਗਲਵਾਰ ਤਾਂ ਇਹ ਰਿਪੋਰਟ ਆ ਜਾਂਦੀ ਹੈ। ਜੋ ਵੀ ਜਿਨ੍ਹਾਂ ਦੀ ਨੈਗਲੀਜੈਂਸ ਹੈ, ਜਿਨ੍ਹਾਂ ਨੇ ਇਹਦੇ ਵਿੱਚ ਕੋਈ ਠੱਗੀ ਪਾਈ ਜਾਂਦੀ है, किसी ने ठगी की है, ਉਹਨੂੰ एग्जाम्पलरी पनिशमेंट मिलनी चाहिए है। मैंने शुरू में सबसे पहले कहा मैं ना तो यहाँ पे किसी पे लांछन लगाने के लिए बैठा हूँ, ना ही मैं किसी को, देखो अकालियों को था, उन्होंने मसला चालू होने से पहले बादल साहब ने खड़े होकर रानी के साहब को क्लीन चिट दे दी और बिना इंक्वायरी हुए स्वर्ण सिंह फ्लोर को टांग दिया अपने एक रिश्तेदार को बचाने के लिए। स्वर्ण सिंह फ्लोर के ऊपर कोई इल्ज़ाम नहीं थे, उसके ऊपर उनके बेटे की इन्वॉल्वमेंट का मसला था और उनको बलि का बकरा बना दिया और जिसके ऊपर इल्ज़ाम थे उनकी बात ही नहीं की। मैं ना तो किसी पे लांछन लगाने के लिए, मैं कह रहा हूँ कि देयर इज़ नेग्लिजेंस इज़ टू करेक्ट द सिस्टम। उस सिस्टम को सुधारने में अगर जिस किसी की भी जिम्मेवारी बनती है, मैं समझता हूँ एडमिनिस्ट्रेटिव उस लेवल पर बैठे उनका ये रोल बनता है भी ऐसा सिस्टम बना दें ताकि उसमें भुगत कौन रहे, दलित बच्चे भुगत रहे हैं, वो क्यों भुगतें साहब? अगर किसी ने हेरा फेरी की है वो सामने आ जाएगी, बट अगर सिस्टम नहीं सुधारा गया तो कल क्या गारंटी है भी पैसे फिर नहीं खाए जाएंगे। इसलिए ये जिम्मेवारी बनती है जो ऑल अफसर बैठे हैं, चाहे चीफ सेक्रेटरी बैठे हैं, चाहे सेक्रेटरी ऑफ द डिपार्टमेंट बैठे हैं, सिस्टम को फूल प्रूफ बना दें। उसके बाद में मैं समझता हूँ कहीं कोई किंतु परंतु नहीं रहेगी और उसके बाद हमारा जो केस है वो भी स्ट्रांग हो जाएगा जाके वहाँ से पैसे लेके आने में। सब वो सारा सामने आ जाऊगा साहब, ऐसे रिपोर्ट दे भी सारा कुछ है ना। रिपोर्ट का मतलब है भी ना सिर्फ एक बंदे ते 39 करोड़ रुपये का मसला नहीं, मसला है सारे सिस्टम ਨੂੰ ਸੁਧਾਰਨਾ। ਜਿੱਥੇ ਕਿਤੇ ਕਮੀ ਆਈ ਹੈ ਬਿਕੋਜ਼ ਦੇਖੋ ओवर ए पीरियड ऑफ 10 सालों का जोड़ा है, जोड़े हूँ सांपला साहब जाके रिकॉर्ड मंगन लगते हैं, जो दावरचंद गहलोत मंगते हैं, वो सारे कंडे इन्हों के बीजे हुए है। मदर ऑफ ऑल स्कैम्स लाई विद दीज पीपल, वो जो कंडे बीजे असी उन्होंने कट्टी जाने, उन्होंने कट्टण दे विच किते डिले हो सकती है। इंटेंशन इज़ क्लीयर, वी वॉन्ट टू एनश्योर ए फूल प्रूफ सिस्टम ਜਿਹਦੇ ਵਿੱਚ ਕੱਲ ਕੋਈ ਇਸ ਪੈਸੇ ਦੇ ਨਾਲ ਦੁਰਵਰਤੋਂ ਨਾ ਕਰ ਸਕੇ, ਸਾਡਾ ਕੇਸ ਸਟਰੋਂਗ ਹੋਏ, ਅਸੀਂ ਉੱਥੋਂ ਜਾ ਕੇ ਕੇਂਦਰ ਤੇ ਦਬਾਅ ਬਣਾਈਏ ਵੀ 20 ਲੱਖ ਕਰੋੜ 'ਚ ਸਾਡੇ ਐਸਸੀ ਭਾਈਚਾਰੇ ਦੇ ਸਕਾਲਰਸ਼ਿਪ ਦੇ ਪੈਸੇ ਸਾਨੂੰ ਦਿੱਤੇ ਜਾਣ। No, if it was a foolproof, this situation would not have arisen। 15 ਦੇ 16 ਦੇ ਆਡਿਟ ਅੱਜ ਜੇ ਮੰਗੀ ਜਾਂਦੇ ਆ, ਦੈਟ ਮੀਨਸ ਕਿਤੇ ਨਾ ਕਿਤੇ ਲੈਪਸਿਸ ਹੋਈਆਂ, ਉਦੋਂ ਹੀ ਜਾਣੇ ਚਾਹੀਦੇ ਸੀਗੇ। यूसी ਸਰਟੀਫਿਕੇਟ ਦੇਖੋ ਰਾਜਮੀਤ ਜੀ, ਆਪਾਂ ਲੈਟਸ ਨਾਟ ਮੇਕ ਇਨਟੂ ਐ ਤੂੰ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਉਦੋਂ ਐਵਰੀ ਈਅਰ ਦੇयर शुड बी ਜਦੋਂ यूसी ਸਰਟੀਫਿਕੇਟ ਜਾਂਦਾ ਉਹਦੇ ਬਾਅਦ ਪੈਸੇ ਰਿਲੀਜ਼ ਹੁੰਦੇ ਆ। ਉਹ ਸਾਰੇ ਬੈਕਅਪ ਇਕੱਠੇ ਹੋ ਗਏ ਜਿਹੜੇ ਉਸ ਟਾਈਮ ਨਹੀਂ ਗਏ, ਉਹਨਾਂ ਦਾ ਕਚਰਾ ਜਿਹੜਾ ਸੀਗਾ ਉਹ ਸਾਰੇ यूसीਜ਼ ਉਹਨਾਂ ਨੇ ਉਹ ਦਿੱਤੀਆਂ ਨਹੀਂ ਆ, ਪੈਸੇ ਲੋਕਾਂ ਦੇ ਆਏ ਨਹੀਂ। ਆ ਜਿਹੜੇ ਹੁਣ ਵੀ ਪੈਸੇ ਆਏ ਆ 17 ਦੇ ਪਹਿਲਾਂ ਦੇ ਸਭ, 17 ਦੇ ਬਾਅਦ ਤਾਂ ਕੁਝ ਆਇਆ ਹੀ ਨਹੀਂ। ਅਸੀਂ ਤਾਂ ਉਹਨਾਂ ਦੇ ਕੰਡੇ ਜਿਹੜੇ ਉਹਨਾਂ ਨੇ ਬੀਜੇ ਹੈ, ਕਪਲੇ ਉਹਨਾਂ ਨੇ ਕੀਤੇ, ਖੁਦ ਉਹ ਮੰਨ ਰਹੇ ਆ ਵੀ ਇੰਨੇ ਫੇਕ ਐਂਡ ਡਬਲ ਐਡਮਿਸ਼ਨ ਹੋਈਆਂ। ਸੋ ਦੇਰ ਇਜ਼ ਸੋ ਮਚ ਫੇਕ ਇਨ ਦ ਐਂਟਾਇਰ ਸਿਸਟਮ। ਹਾਂਜੀ ਨਹੀਂ ਸਭ 800 ਕਰੋੜ ਰੁਪਏ ਉਸ ਟਾਈਮ ਜਿਹੜਾ ਰੇਜ਼ ਕੀਤਾ ਸੀ ਬੱਚਿਆਂ ਨੂੰ, ਜਿਹੜਾ ਸੈਂਟਰ ਸਰਕਾਰ ਕਨੇ ਐਂਟਾਈਟਲਮੈਂਟ ਸੀਗੀ, ਉਹ ਬਾਦਵਾ ਸਾਹਿਬ ਉਹਨਾਂ ਨੇ ਜਿਹੜਾ ਸਕੀਮ ਸੀਗੀ ਉਹਦੇ ਵਿੱਚ ਸੀਗਾ ਵੀ ਆਫਟਰ 10 ਈਅਰਸ ਜਿੰਨੀ ਪੈਸੇ ਤੁਸੀਂ ਉਸ ਸਾਲ ਲਾਸਟ ਈਅਰ 'ਚ ਦਿਓਗੇ ਉਹ ਕੈਪ ਕਰਤਾ ਉਹਨਾਂ ਨੇ। ਸਿਰਫ ਕੈਪ ਨਹੀਂ ਕੀਤਾ, ਉਹ ਟ੍ਰਾਂਸਫਰ ਕਰਤੀ ਰਿਸਪੌਂਸਿਬਿਲਿਟੀ। ਇਹਦੇ ਬਾਅਦ 800 ਕਰੋੜ ਰੁਪਏ ਤਾਈਂ ਪੈਸੇ ਤੁਸੀਂ ਦਿਓਗੇ, ਕੇਂਦਰ ਸਰਕਾਰ ਨਹੀਂ ਦੇਣਾ। ਕੇਂਦਰ ਸਰਕਾਰ ਤਾਂ ਇਸ ਤੋਂ ਫਾਲਤੂ ਜੇ ਤੁਹਾਡਾ ਖਰਚਾ ਹੋ ਗਿਆ ਤਾਂ ਦੇਊਗਾ। ਸਾਡੇ ਕੋਲ 800 ਕਰੋੜ ਰੁਪਏ ਦੇਣ ਨੂੰ ਹੈ ਹੀ ਨਹੀਂ, ਸਭ ਕਿੱਥੋਂ ਦੇਈਏ? ਦੈਟ ਇਜ਼ ਦ ਮੇਨ ਇਸ਼ੂ। ਥੈਂਕ ਯੂ ਸਰ। देखो apprehensions ਦਾ no, nothing will happen sir, let the facts come out। I think nobody who is guilty should be spared and nobody who is not guilty should be punished। ਚਾਹੇ ਉਹ ਸੈਕਟਰੀ ਸਾਹਿਬ ਹੈ, ਚਾਹੇ ਉਹ ਮੰਤਰੀ ਸਾਹਿਬ ਹੈ, ਚਾਹੇ ਕੁਛ ਹੋਰ ਹੈ, ਨਾ ਸੰਤਰੀ ਨਾ ਮੰਤਰੀ।
ਅਗਰ ਕਿਸੇ ਦੀ ਇਨਵੋਲਵਮੈਂਟ ਹੈ ਬਚਣਾ ਨਹੀਂ ਚਾਹੀਦਾ, ਅਗਰ ਉਹ ਬੇਗੁਨਾਹ ਹੈ ਤਾਂ ਉਹਨਾਂ ਨੂੰ ਉਸ ਤੇ ਝੂਠਾ ਲਾਂਛਨ ਲੱਗਣਾ ਨਹੀਂ ਚਾਹੀਦਾ। ਸਭ ਹੁਣ ਇਹ ਸਾਰੀ ਫੰਕਸ਼ਨਿੰਗ ਦੇ ਉੱਤੇ ਹੁਣ ਤੁਸੀਂ ਜੇ ਉਹਨਾਂ ਦੇ 4 ਸਾਲ ਤੋਂ ਨਹੀਂ ਹੋਈ ਤਾਂ ਦਿਸ ਇਜ਼ ਫॉर द ਅਗੇਨ ਕਰ ਕੌਣ ਰਹੇ ਹੈ, ਦੇ ਆਰ ਆਲ ਸੀਨੀਅਰ ਆਫੀਸਰਸ, ਦੇ ਨੋ ਦ ਸਿਸਟਮ, ਕਿੱਥੇ ਕੀ ਲਕੂਨਾ ਹੈ। ਆਈ ਥਿੰਕ ਦੇ ਸ਼ੁੱਡ ਬੀ ਏਬਲ ਟੂ ਡੂ ਜਸਟਿਸ। ਨਹੀਂ ਦੇਖੋ, ਇਲਜ਼ਾਮ ਜਿਹੜੇ ਲੱਗੇ ਆ ਤਾਂ ਲੋਕਾਂ ਨੇ ਲਾਏ ਆ, ਉਹ ਰਿਪੋਰਟ 'ਚ ਉਹਨਾਂ ਨੇ ਕੀ ਲਿਖਿਆ ਕਿਹਦੇ ਉੱਤੇ ਨਹੀਂ ਲਿਖਿਆ ਦੈਟ ਵਿਲ ਬੀ ਪ੍ਰੂਵਨ। ਜਿਹੜੇ ਇਲਜ਼ਾਮ ਜਿਹੜੇ ਮੈਂ ਤੁਹਾਨੂੰ ਪੰਕਜ ਜੀ ਦੱਸ ਰਿਹਾ, ਜਿਹੜੇ ਇਲਜ਼ਾਮ ਲੱਗੇ ਸੀ ਵੀ ਇੰਨਾ ਪੈਸਾ ਟਰੇਸ ਹੀ ਨਹੀਂ ਹੋ ਰਿਹਾ ਕਿੱਥੇ ਗਿਆ, ਆਈ ਬਿਲੀਵ ਉਹ ਸਾਰੇ ਦੇ ਸਾਰੇ ਫੈਕਟਸ ਐਂਡ ਫਿਗਰ ਵਿਦ ਬੈਂਕ ਅਕਾਊਂਟ ਐਂਡ ਬੈਂਕ ਟ੍ਰਾਂਸਫਰਸ ਹੈਵ ਬੀਨ ਸਬਮਿਟਡ। 20 ਤਰੀਕ ਨੂੰ ਆ ਲੈਟਰ ਆਇਆ ਜਿਨ੍ਹਾਂ ਨੂੰ ਇਹਨਾਂ ਨੇ ਸਰੋਜ ਸਾਹਿਬ ਨੇ ਮੰਗਿਆ ਸੀ ਉਹ ਸਾਰੀ ਡਿਟੇਲਸ ਦਿਓ। 24 ਤਰੀਕ ਨੂੰ ਆ ਸਾਰਾ ਪਬਲਿਕ 'ਚ ਆ ਗਿਆ। ਉਸ 20 ਤਰੀਕ ਵਾਲੇ ਦੇ ਵਿੱਚ ਇਹਨਾਂ ਨੇ 10 ਦਿਨ ਦਾ ਨੋਟਿਸ ਦਿੱਤਾ ਸੀਗਾ ਵੀ 10 ਦਿਨਾਂ ਦੇ ਅੰਦਰ ਅੰਦਰ ਮੈਨੂੰ ਸਾਰੀ ਆ ਡਿਟੇਲਸ ਦਿੱਤੀਆਂ ਜਾਣ। ਸਮਹਾਓ ਦਿਸ ਜਿਹੜੀ ਰਿਪੋਰਟ ਹੈ ਇਟ ਹੈਜ਼ ਕਮ ਆਊਟ ਈਵਨ ਬਿਫੋਰ ਉਹ ਰਿਪੋਰਟ ਜਿਹੜੀ ਸਬਮਿਟ ਹੋਈ ਹੈ। ਆ ਜਿਹੜੀ ਸਾਰੀ ਰਿਪੋਰਟ ਹੈ, ਪੈਸਾ ਕਿਹਨੂੰ ਦਿੱਤਾ ਹੈ ਕਿਹਨੂੰ ਨਹੀਂ ਦਿੱਤਾ, ਹੈਜ਼ ਬੀਨ ਸਬਮਿਟਡ। ਅਗਰ ਉਹ ਜੈਨੂਇਨ ਹੈ ਤਾਂ ਸਾਹਮਣੇ ਆ ਜੂਗੀ, ਜਾਂ ਅਗੇਨ ਇਟ ਇਜ਼ ਅ ਫੈਬਰੀਕੇਟਡ ਐਂਡ ਫਰਾਡ ਤਾਂ ਸਾਹਮਣੇ ਆ ਜੂਗਾ। ਬਟ ਆਈ ਕੈਨ ਅਸ਼ੋਰ ਯੂ ਹੂਸੋਐਵਰ ਹਾਈ ਐਂਡ ਮਾਈਟੀ ਇਜ਼, ਚਾਹੇ ਮੰਤਰੀ ਹੈ ਚਾਹੇ ਸੰਤਰੀ ਹੈ, ਬਚਣਾ ਇਹਦੇ ਵਿੱਚ ਕੋਈ ਵੀ ਨਹੀਂ। ਪਰ ਬੇਗੁਨਾਹ ਹੈ। ਅਗਰ ਉਹਨਾਂ ਨੇ ਚੰਗਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਫ ਹੀ ਇਜ਼ ਦਾ ਵਿਸਲ ਬਲੋਅਰ ਐਂਡ ਹੀ ਇਜ਼ ਦਾ ਮੈਸੇਂਜਰ, ਓਬਵੀਅਸਲੀ ਹੀ ਸ਼ੁੱਡ ਬੀ ਰਿਵਾਰਡਡ। ਅਗਰ ਉਹਨਾਂ ਨੇ, ਪਰ ਅਗਰ ਆ ਪ੍ਰੂਵ ਹੁੰਦਾ ਵੀ ਹੀ ਕੁਡ ਹੈਵ ਫਿਕਸਡ ਦਾ ਸਿਸਟਮ, then I think there is negligence. I'm not blaming him. I'm saying that there is a negligence on part of the department to fix the lacuna, sir. ਕਿੱਥੇ ਕੀਤਾ? ਨਹੀਂ ਸਰ, ਨੋ ਯੂ ਆਰ ਅਗੇਨ ਰੋਂਗ ਸਰ, ਦਿਸ ਆਈ ਕੈਨ ਟੈਲ ਯੂ। ਅਗਸਤ ਮਹੀਨੇ 2015 ਦੇ ਵਿੱਚ ਉਹ ਲੱਗੇ ਡਿਪਾਰਟਮੈਂਟ ਦੇ ਵਿੱਚ, ਤੇ ਉਹ ਆ ਕੇ ਜਦੋਂ ਸਾਡਾ ਸਰਕਾਰ ਬਣੀ ਉਦੋਂ ਇਹਨਾਂ ਤੋਂ ਮਹਿਕਮਾ ਚੇਂਜ ਹੋਇਆ। ਸੋ ਵੈਨ ਡਿਡ ਹੀ ਰਿਜ਼ਾਈਨ? ਨਹੀਂ ਸਰ, ਗਲਤ। ਆਈ ਐਮ ਵਾਊਚਿੰਗ ਮਾਈ ਫੈਕਟਸ। August 2015 he took charge of this department. ਮਾਰਚ ਜਾਂ ਅਪ੍ਰੈਲ ਦੇ ਮਹੀਨੇ 'ਚ ਉਹਨਾਂ ਨੇ ਆ ਮਹਿਕਮਾ ਛੱਡ ਕੇ ਚਲੇ ਗਏ। ਸੋ ਆਈ ਮੀਨ ਉਦੋਂ ਇਹਨਾਂ ਦੀ ਨਿਗਾਹ 'ਚ ਆ ਗਿਆ ਵੀ ਇਸ ਡਿਪਾਰਟਮੈਂਟ ਦੇ ਅੰਦਰ ਮੈਂ ਰਿਪੋਰਟ ਉਹਨਾਂ ਨੇ ਦੇਖੋ ਉਹਨਾਂ ਨੇ ਜੋ exactly I'm saying that one would expect him to know ਵੀ ਲਕੂਨਾ ਕਿੱਥੇ ਹੈ। ਤੁਸੀਂ ਇੱਕ ਵਾਰੀ ਹੁੰਦਾ ਦੇਖ ਲਿਆ, ਦੂਜੇ ਵਾਰੀ ਤੁਹਾਨੂੰ ਪਤਾ ਤਾਂ ਲੱਗਿਆ ਵੀ ਇੱਥੋਂ ਚੋਰੀ ਹੈ, ਮੈਂ ਉਹਨੂੰ ਲੂਪ ਹੋਲ ਨੂੰ ਪਲੱਗ ਕਰ ਦਿਆਂ। ਦੈਟ ਇਜ਼ ਆਲ ਆਮ ਸੇਇੰਗ। ਆਮ ਨਾਟ ਸੇਇੰਗ ਵੀ ਉਹਨਾਂ ਨੇ ਜਾਣ ਬੁੱਝ ਕੇ ਵੀ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ, ਡਿਪਾਰਟਮੈਂਟ ਦੀ ਬਣਦੀ ਹੈ ਵੀ ਇੱਥੋਂ ਆ ਬੰਦਾ ਅਗਰ ਚੈੱਕ ਦੇ ਦੂਗਾ ਤਾਂ ਇਹਦੇ ਵਿੱਚ ਹੇਰਾ ਫੇਰੀ ਦੀ ਗੁੰਜਾਇਸ਼, ਉਹ ਉਹਦੇ 'ਤੇ ਰੂਲ ਚੇਂਜ ਕਰ ਦੇਣ। ਐਡਮਿਨਿਸਟ੍ਰੇਟਿਵ ਰੂਲਸ ਕੈਨ ਬੀ ਫਾਰਮਡ। ਦੇਖੋ then ਮੰਤਰੀ will, ਅਗਰ if you are violating the rules then you are guilty sir. He is saying but let it be examined sir. Saying ਮੰਤਰੀ ਸਾਹਿਬ ਕੁਝ ਕਹਿ ਰਹੇ ਹੋ ਕੁਝ ਕਹਿ ਰਹੇ, it's not a ਮੈਂ ਉਹ ਕੀ ਕਹਿ ਰਹੇ, facts will speak. What I am saying the ਅੱਜ ਦੇ ਦਿਨ ਫੈਕਟ ਹੈ, ਮੋਦੀ ਸਾਹਿਬ ਨੇ ਆ ਸਕੀਮ ਬੰਦ ਕਰਤੀ ਜਿਹਦੇ ਨਾਲ ਦਲਿਤਾਂ ਦੇ ਬੱਚਿਆਂ ਦੇ ਸੁਪਨੇ ਦਾ ਕਤਲ ਕੀਤਾ। ਦੈਟਸ ਅ ਫੈਕਟ ਵਿਚ ਕੈਨ ਨਾਟ ਬੀ ਡਿਨਾਈਡ। ਇਹਦੇ ਵਾਸਤੇ ਸਾਡੇ ਵਾਲੇ ਅਕਾਲੀਆਂ ਨੇ ਜਾਂ ਬੀਜੇਪੀ ਨੇ ਕੀ ਕੀਤਾ ਹੈ? ਜ਼ੀਰੋ। ਦਿਸ ਇਜ਼ ਅ ਫੈਕਟ। ਪੁਤਲੇ ਕਿਹਦੇ ਸਾੜਨੇ ਚਾਹੀਦੇ? ਮੋਦੀ ਸਰਕਾਰ ਦੇ ਸਾੜਨੇ ਚਾਹੀਦੇ। ਪੈਸੇ ਕਿੱਥੋਂ ਆਣਗੇ? 800 ਕਰੋੜ ਰੁਪਈਆ ਸੈਂਟਰ ਚੋਂ ਆਊਗਾ। ਬਾਕੀ ਇਜ਼ ਆਲ ਪੈਰੀਫेरल। ਚੋਰੀ ਕਿਸੇ ਨੇ ਕੀਤੀ ਹੈ, ਮੈਂ ਕਹਿੰਦਾ ਜ਼ਰੂਰਤਮੰਦ, ਲੋੜਵੰਦ, ਗਰੀਬ ਤੇ ਐਸੀ ਭਾਈਚਾਰੇ ਦਾ ਇੱਕ ਪੈਸਾ ਵੀ ਕਿਸੇ ਨੇ ਚੋਰੀ ਕੀਤੀ, ਉਹ ਪਾਪ ਹੈ, ਉਹਨੂੰ ਟੰਗਣਾ ਚਾਹੀਦਾ। ਸੋ ਦੈਟ ਇਜ਼ ਐਜ਼ ਸਿੰਪਲ ਐਜ਼ ਦੈਟ। ਪਰ ਮੋਦੀ ਸਾਹਿਬ ਨੂੰ ਤਾਂ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ। ਇਹ ਜਿਹੜੇ ਅੱਜ ਅਕਾਲੀ ਬੋਲ ਰਹੇ ਇਹਨਾਂ ਨੂੰ ਤਾਂ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਵੀ ਤੁਸੀਂ ਮਸਲਾ ਚੱਕਿਆ ਕਦੋਂ ਜਾ ਕੇ ਕੇਂਦਰ ਸਰਕਾਰ 'ਚ। ਦੈਟ ਇਜ਼ ਦਾ ਇਸ਼ੂ ਸਰ। ਦੈਟਸ ਵਾਟ ਆਈ ਐਮ ਸੇਇੰਗ। ਲੈਟ ਦ ਰਿਪੋर्ट ਕਮ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ। थैंक यू सर, थैंक यू सो मच। लक्ष्य को हासिल कर लेने का भरोसा है KMV। सपनों को नई उड़ान देने का भरोसा है KMV। प्रतिस्पर्धा के दौर में सफलता का भरोसा है KMV। पंजाब में नंबर 1 अग्रणी शिक्षण संस्थान है KMV। 135 सालों की स्वर्णिम परंपरा है KMV। भारत में शीर्ष रैंकिंग में शामिल कन्या महाविद्यालय जालंधर।